ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸਿਮਰਨਦੀਪ ਕੌਰ ਆਪ ਸਾਰੇ ਦਰਸ਼ਕਾਂ ਦਾ ਇੱਕ ਬਾਣੀ ਚੈਨਲ ਉੱਤੇ ਜੀ ਆਇਆਂ ਨੂੰ ਕਰਦੀ ਹਾਂ। ਪਰਮਾਤਮਾ ਵੀ ਨਾ ਉਹਨਾਂ ਦੀ ਪ੍ਰੀਖਿਆ ਲੈਂਦੇ ਨੇ ਜਿਹੜੇ ਉਸ ਪ੍ਰੀਖਿਆ ਦੇ ਕਾਬਿਲ ਹੋਣ। ਹੁਣ ਸਾਨੂੰ ਵੇਖ ਲਓ, ਸਾਨੂੰ ਕੋਈ ਤਕਲੀਫ ਹੁੰਦੀ ਹੈ ਨਾ ਤੇ ਅਸੀਂ ਬੜੀ ਜਲਦੀ ਡੋਲ ਜਾਂਦੇ ਹਾਂ। ਅਸੀਂ ਸ਼ਿਕਾਇਤਾਂ ਕਰਨ ਲੱਗ ਜਾਂਦੇ ਹਾਂ ਕਿ ਪਰਮਾਤਮਾ ਨੇ ਸਾਡੇ ਨਾਲ ਇਹ ਕਰ ਦਿੱਤਾ, ਸਾਡੇ ਨਾਲ ਉਹ ਕਰ ਦਿੱਤਾ ਹੈ ਨਾ। ਸਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ, ਅਸੀਂ ਤਾਂ ਕਿੰਨਾ ਕਰਦੇ ਸਾਂ ਪਰਮਾਤਮਾ ਨਾਲ। ਹੰਕਾਰ ਵੀ ਆ ਜਾਂਦਾ, ਸਾਡੇ ਅੰਦਰ ਕਈ ਭਾਵਨਾਵਾਂ ਪੈਦਾ ਹੋ ਜਾਂਦੀਆਂ ਨੇ ਨਾ ਮਹਾਰਾਜ ਜੀ ਦੇ ਕਰਕੇ। ਅਤੇ ਮੈਨੂੰ ਲੱਗਦਾ ਹੈ ਕਿ ਮਹਾਰਾਜ ਜੀ ਨਾ ਆਪਣੇ ਬੱਚਿਆਂ ਦੀ ਸਮੇਂ ਸਮੇਂ 'ਤੇ ਪ੍ਰੀਖਿਆ ਵੀ ਲੈਂਦੇ ਨੇ। ਜਿਵੇਂ ਸਾਡੇ ਮਾਪੇ ਸਾਡੀ ਪ੍ਰੀਖਿਆ ਲੈਂਦੇ, ਜਿਵੇਂ ਸਾਡੇ ਸਕੂਲ ਵਿੱਚ ਸਾਡੀ ਪ੍ਰੀਖਿਆ ਹੁੰਦੀ ਹੈ ਨਾ, ਇਸ ਤਰ੍ਹਾਂ ਸਾਡੇ ਗੁਰੂ ਮਹਾਰਾਜ ਜੀ ਵੀ ਲੈਂਦੇ ਨੇ ਅਤੇ ਸਾਨੂੰ ਉਸ ਵਿੱਚ ਪਾਸ ਵੀ ਉਹ ਆਪ ਹੀ ਆ ਕੇ ਕਰਾਉਂਦੇ ਨੇ। ਹੁਣ ਅੰਗ ਸੰਗ ਸਹਾਈ ਹਮੇਸ਼ਾ ਹੀ ਹੁੰਦੇ ਨੇ। ਭਾਈ ਮੰਝ ਜੀ ਵੀ ਗੁਰੂ ਅਰਜਨ ਦੇਵ ਜੀ ਦੇ ਬੜੇ ਨਿਕਟੀ ਸਿੱਖਾਂ ਵਿੱਚੋਂ ਇੱਕ ਸਨ। ਉਹਨਾਂ ਦੀ ਬਹੁਤ ਹੀ ਪ੍ਰੇਮੀ ਸਿੱਖਾਂ ਵਿੱਚੋਂ ਇੱਕ ਸਨ। ਭਾਈ ਮੰਝ ਜੀ ਉਹਨਾਂ ਨੂੰ ਕਿਵੇਂ ਮਿਲੇ? ਇੱਕ ਵਾਰ ਸ਼੍ਰੀ ਦਰਬਾਰ ਸਾਹਿਬ ਤੋਂ ਗੁਜ਼ਰ ਰਹੇ ਸਨ ਅਤੇ ਭਾਈ ਮੰਝ ਜੀ ਨੇ ਵੇਖਿਆ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਦਰਬਾਰ ਲੱਗਿਆ ਹੋਇਆ ਹੈ। ਅਤੇ ਭਾਈ ਮੰਝ ਜੀ ਜਾ ਕੇ ਦਰਬਾਰ ਵਿੱਚ ਪੁੱਜੇ, ਮੱਥਾ ਟੇਕਿਆ ਅਤੇ ਬੈਠ ਗਏ। ਭਾਈ ਮੰਝ ਜੀ ਨੇ ਸੰਗਤਾਂ ਨੂੰ ਆਉਂਦੇ ਹੋਏ ਦੇਖਿਆ। ਜਿਨ੍ਹਾਂ ਨੂੰ ਦੇਖਦੇ ਉਹਨਾਂ ਦੇ ਚਿਹਰੇ ਵਿੱਚ ਇੰਨੀ ਖੁਸ਼ੀ ਹੁੰਦੀ ਸੀ। ਕਿਸੇ ਦੇ ਚਿਹਰੇ ਵਿੱਚੋਂ ਹੰਝੂ, ਪਿਆਰ ਦੇ ਹੰਝੂ ਗੁਰੂ ਮਹਾਰਾਜ ਵਾਸਤੇ ਵਹਿ ਰਹੇ ਹਨ। ਕਿਸੇ ਦਾ ਚਿਹਰਾ ਇੰਨਾ ਲਾਲ ਹੈ ਗੁਰਬਾਣੀ ਵਾਸਤੇ, ਗੁਰੂ ਮਹਾਰਾਜ ਜੀ ਵਾਸਤੇ। ਅਤੇ ਉਹ ਮਨ ਵਿੱਚ ਸੋਚਦੇ ਨੇ ਕਿ ਇਹ ਦਾਤ ਮੈਨੂੰ ਵੀ ਮਿਲ ਸਕਦੀ ਹੈ। ਉਹਨਾਂ ਦੇ ਮਨ ਵਿੱਚ ਇੱਕ ਭਾਵਨਾ ਆਉਂਦੀ ਹੈ ਕਿਉਂ ਨਾ ਮੈਂ ਗੁਰੂ ਮਹਾਰਾਜ ਜੀ ਨਾਲ ਗੱਲ ਕਰਾਂ। ਜਦੋਂ ਦੀਵਾਨ ਦੀ ਸਮਾਪਤੀ ਹੁੰਦੀ ਹੈ ਅਤੇ ਗੁਰੂ ਮਹਾਰਾਜ ਜੀ ਕੋਲ ਜਾਂਦੇ ਨੇ ਅਤੇ ਉਹਨਾਂ ਨਾਲ ਗੱਲ ਕਰਦੇ ਨੇ ਅਤੇ ਉਹਨਾਂ ਨੂੰ ਕਹਿੰਦੇ ਨੇ, ਮਹਾਰਾਜ ਜੀ ਇਹ ਜਿਹੜੀ ਦਾਤ ਜਿਹੜੀ ਇਹਨਾਂ ਸਾਰਿਆਂ ਸੰਗਤ ਨੂੰ ਪ੍ਰਾਪਤ ਹੈ, ਕਿ ਇਹ ਦਾਤ ਮੈਨੂੰ ਵੀ ਪ੍ਰਾਪਤ ਹੋ ਸਕਦੀ ਹੈ? ਪਰ ਗੁਰੂ ਮਹਾਰਾਜ ਜੀ ਉਹਨਾਂ ਨੂੰ ਉੱਤਰ ਨਹੀਂ ਦਿੰਦੇ। ਉਹਨਾਂ ਦੇ ਥੋੜ੍ਹੇ ਮਨ ਵਿੱਚ ਆਉਂਦਾ ਕਿ ਮਹਾਰਾਜ ਜੀ ਨੇ ਉੱਤਰ ਨਹੀਂ ਦਿੱਤਾ। ਉਹਨਾਂ ਦੇ ਚਰਨੀ ਪੈਂਦੇ ਨੇ ਅਤੇ ਉਹਨਾਂ ਨੂੰ ਕਹਿੰਦੇ ਨੇ, ਮਹਾਰਾਜ ਜੀ ਕਿ ਮੈਂ ਇਹ ਸਮਝਾਂ ਕਿ ਜਿਹੜਾ ਆਪ ਜੀ ਦਾ ਦਾਸ ਬੇਨਤੀ ਕਰਦਾ ਪਿਆ ਹੈ, ਤੁਸੀਂ ਉਸਨੂੰ ਮੰਨ ਨਹੀਂ ਰਹੇ, ਜਾਂ ਮਤਲਬ ਉਸਨੂੰ ਨਹੀਂ ਸਮਝ ਰਹੇ, ਜਾਂ ਉਸਦੀ ਦਾਤ ਜਿਹੜੀ ਮੰਗ ਰਿਹਾ ਹੈ ਕਿ ਉਹ ਚੀਜ਼ ਨਹੀਂ ਹੋ ਸਕਦੀ। ਅਤੇ ਮਹਾਰਾਜ ਜੀ ਉੱਤਰ ਦਿੰਦੇ ਨੇ ਕਿ ਭਾਈ ਮੰਝ ਜੀ, ਤੁਸੀਂ ਤਾਂ ਮੜੀਆਂ ਮਸਾਨਾਂ ਨੂੰ ਮੰਨਣ ਵਾਲੇ ਹੋ ਅਤੇ ਤੁਸੀਂ ਕਹਿ ਰਹੇ ਹੋ ਕਿ ਮੈਂ ਗੁਰਸਿੱਖ ਵੀ ਬਣਨਾ, ਅਤੇ ਉਹ ਕਿੱਦਾਂ ਹੋ ਸਕਦਾ? ਸਿੱਖ ਉੱਤੇ ਸਿੱਖ ਕਿਵੇਂ ਬਣ ਸਕਦਾ? ਭਾਵ ਤੁਸੀਂ ਇੱਕ ਤਰਫ ਮੜੀਆਂ ਮਸਾਨਾ ਕਬਰਾਂ ਨੂੰ ਪੂਜਦੇ ਪਏ ਹੋ, ਦੂਸਰੇ ਪਾਸੇ ਤੁਸੀਂ ਕਹਿ ਰਹੇ ਹੋ ਕਿ ਮੈਂ ਸਿੱਖ ਬਣਨਾ। ਜਿਹੜਾ ਸਿੱਖ ਹੈ ਉਹ ਤਾਂ ਮੜੀਆਂ ਮਸਾਨਾ ਇਹਨਾਂ ਅਡੰਬਰਾਂ ਤੋਂ ਤਾਂ ਬਹੁਤ ਦੂਰ ਹੁੰਦਾ। ਉਸਦਾ ਵਿਸ਼ਵਾਸ ਇਹਨਾਂ ਚੀਜ਼ਾਂ ਤੋਂ ਹੁੰਦਾ ਹੀ ਨਹੀਂ ਹੈ, ਉਹ ਬਹੁਤ ਉਹਨਾਂ ਚੀਜ਼ਾਂ ਤੋਂ ਦੂਰ ਹੁੰਦਾ ਹੈ। ਅਤੇ ਜਦੋਂ ਤੁਸੀਂ ਤਾਂ ਆਪ ਹੀ ਪੂਰੇ ਕਬਰ ਬਣ ਚੁੱਕੇ ਦੇ ਹੋ, ਅਤੇ ਜਦੋਂ ਤੱਕ ਤੁਹਾਡੇ ਮਨ ਵਿੱਚ ਇਹ ਚੀਜ਼ਾਂ ਰਹਿਣਗੀਆਂ ਉਦੋਂ ਤੱਕ ਤਾਂ ਤੁਸੀਂ ਸਿੱਖ ਹੀ ਨਹੀਂ ਬਣ ਸਕਦੇ। ਅਤੇ ਉਹ ਕਹਿੰਦੇ ਨੇ ਕਿ ਅਗਰ ਤੁਹਾਡੀ ਬਖਸ਼ੀਸ਼ ਹੋਏ, ਭਾਈ ਮੰਝ ਜੀ ਕਹਿੰਦੇ ਨੇ, ਅਗਰ ਮਹਾਰਾਜ ਜੀ ਤੁਹਾਡੀ ਬਖਸ਼ੀਸ਼ ਹੋਏ ਤਾਂ ਮੈਂ ਇਹ ਸਭ ਛੱਡ ਦਿਆਂਗਾ, ਤਾਂ ਕਿ ਮੇਰੇ ਜਿਹੜਾ ਮਰਨ ਜੀਵਨ ਹੈ ਉਹ ਸਫਲਾ ਹੋ ਸਕੇ। ਅਤੇ ਗੁਰੂ ਮਹਾਰਾਜ ਜੀ ਕਹਿੰਦੇ ਨੇ, ਇਹ ਰਾਹ ਨਾ ਔਖਾ ਵੀ ਹੈ ਅਤੇ ਸੌਖਾ ਵੀ ਹੈ, ਮਗਰ ਇਸ ਰਾਹ ਵਿੱਚ ਕਦੇ ਡੋਲਣਾ ਨਹੀਂ, ਕਿਉਂਕਿ ਬੜੀਆਂ ਪ੍ਰੀਖਿਆਵਾਂ ਆਉਣਗੀਆਂ। ਹੋ ਸਕਦਾ ਹੈ ਕਿ ਆਪ ਜੀ ਕੋਲ ਕੁਛ ਵੀ ਨਾ ਰਹੇ, ਲੇਕਿਨ ਅਡੋਲ ਰਹਿਣਾ, ਕਦੇ ਡੋਲਣਾ ਨਹੀਂ ਹੈ। ਆਪਣੇ ਆਪ ਨੂੰ ਇੰਨਾ ਪੱਕਾ ਕਰ ਲੈਣਾ ਹੈ। ਭਾਈ ਮੰਝ ਜੀ ਨੇ ਗੁਰੂ ਮਹਾਰਾਜ ਦੀਆਂ ਗੱਲਾਂ ਨੂੰ ਸਮਝਿਆ ਅਤੇ ਆਪਣੇ ਘਰ ਵੱਲ ਤੁਰ ਗਏ। ਘਰ ਜਦੋਂ ਪਹੁੰਚੇ ਅਤੇ ਆਪਣੀ ਘਰਵਾਲੀ ਨੂੰ ਆਪਣੇ ਨਾਲ ਲੈ ਕੇ ਗਏ
ਅਤੇ ਜਿੱਥੇ ਉਹਨਾਂ ਦੇ ਮੜੀਆਂ ਮਸਾਨਾਂ ਦੀ ਪੂਜਾ ਕਰਦੇ ਸਨ, ਜਿੱਥੇ ਉਹਨਾਂ ਨੇ ਕਬਰਾਂ ਬਣਾਈ ਸਨ, ਉਹਨਾਂ ਨੂੰ ਤੋੜਨਾ ਸ਼ੁਰੂ ਕਰ ਦਿੱਤਾ ਉਹਨਾਂ ਨੇ। ਜਦੋਂ ਉਹਨਾਂ ਨੂੰ ਤੋੜਿਆ ਅਤੇ ਜਿਹੜੇ ਉਸਦੇ ਪ੍ਰੇਮੀ ਸਨ ਮੜੀਆਂ ਮਸਾਨਾਂ ਦੇ, ਗਾँव ਵਾਲੇ ਸਾਰੇ ਇਕੱਠੇ ਹੋ ਗਏ, ਕਿਉਂਕਿ ਜਿਹੜੇ ਭਾਈ ਮਨ ਜੀ ਸਨ ਉੱਥੇ ਦੇ ਚੌਧਰੀ ਸਨ, ਉਹਨਾਂ ਨੂੰ ਉੱਥੇ ਦੇ ਚੌਧਰੀ ਦੀ ਇੱਕ ਪੋਜੀਸ਼ਨ ਮਿਲੀ ਹੋਈ ਸੀ। ਅਤੇ ਸਾਰੇ ਗਾँव ਵਾਲੇ ਇਕੱਠੇ ਹੋ ਗਏ ਅਤੇ ਜਿਹੜੇ ਗੁਰੂ ਪ੍ਰੇਮੀ ਜਿਹੜੇ ਮੜੀਆਂ ਮਸਾਨਾਂ ਦੇ ਪ੍ਰੇਮੀ ਸਨ, ਉਹਨਾਂ ਨੂੰ ਤਾਂ ਗੁੱਸਾ ਆ ਗਿਆ। ਉਹ ਬੁਰਾ ਭਲਾ ਮਾੜਾ ਚੰਗੇ ਬੋਲ ਭਾਈ ਮਨ ਜੀ ਨੂੰ ਬੋਲਣਾ ਸ਼ੁਰੂ ਹੋ ਗਏ ਅਤੇ ਉਹਨਾਂ ਨੂੰ ਉਸ ਜਿਹੜਾ ਅਹੁਦਾ ਹੈ ਉਸ ਅਹੁਦੇ ਤੋਂ ਵੀ ਹਟਾ ਦਿੱਤਾ ਗਿਆ। ਅਤੇ ਭਾਈ ਮੰਝ ਜੀ ਨੇ ਜਵਾਬ ਦਿੱਤਾ ਕਿ ਮੈਨੂੰ ਇਸ ਅਹੁਦੇ ਦੀ ਕੋਈ ਲੋੜ ਨਹੀਂ ਹੈ, ਮੈਨੂੰ ਕੋਈ ਅਹੁਦਾ ਨਹੀਂ ਚਾਹੀਦਾ, ਮੈਨੂੰ ਤਾਂ ਗੁਰੂ ਨਾਨਕ ਜੀ ਦੇ ਘਰ ਦੀ ਚਾਕਰੀ ਚਾਹੀਦੀ ਹੈ। ਅਤੇ ਉਹ ਆਪਣੀ ਘਰਵਾਲੀ ਨੂੰ ਸਮਝਾਉਂਦੇ ਨੇ ਕਿ ਗੁਰੂ ਨਾਨਕ ਦੇ ਘਰ ਤੋਂ ਆਵਾਜ਼ ਆਈ ਹੈ, ਹੋ ਸਕਦਾ ਹੈ ਕਿ ਸਾਡੇ ਕੋਲ ਕੁਛ ਵੀ ਨਾ ਰਹੇ, ਮਗਰ ਤੂੰ ਮੇਰਾ ਸਾਥ ਨਹੀਂ ਛੱਡਣਾ, ਹਮੇਸ਼ਾ ਮੇਰੇ ਨਾਲ ਰਹਿਣਾ। ਅਤੇ ਕੁਛ 2 ਕੁ ਮਹੀਨਿਆਂ ਬਾਅਦ ਉਹਨਾਂ ਦੇ ਘਰ ਦੇ ਜਿਹੜੇ ਹਾਲਾਤ ਹਨ ਉਹ ਬਦਲਣਾ ਸ਼ੁਰੂ ਹੋ ਜਾਂਦੇ ਨੇ। ਘਰ ਵਿੱਚ ਜਿਹੜੀ ਮੱਝਾਂ ਗਾਵਾਂ ਹਨ ਉਹ ਇੱਕ ਇੱਕ ਕਰਕੇ ਮਰਨਾ ਸ਼ੁਰੂ ਹੋ ਜਾਂਦੀਆਂ ਨੇ। ਜਿਹੜਾ ਖੇਤ ਤੋਂ ਜਿਹੜਾ ਅਨਾਜ ਉਗਦਾ ਸੀ ਉਹ ਵੀ ਘਟਦਾ ਜਾ ਰਿਹਾ ਸੀ। ਜਿਹੜੇ ਉਹਨਾਂ ਦੇ ਅਨਾਜ ਰੋਟੀ ਵਗੈਰਾ ਸੀ ਉਹ ਵੀ ਬਹੁਤ ਘੱਟ ਗਈ ਸੀ, ਮਤਲਬ 2 ਟਾਈਮ ਦੀ ਰੋਟੀ ਵੀ ਜੁੜਨੀ ਥੋੜ੍ਹੀ ਔਖੀ ਹੋ ਗਈ ਸੀ ਉਹਨਾਂ ਵਾਸਤੇ। ਕਾਫੀ ਜਿਹੜਾ ਉਹਨਾਂ ਦਾ ਹਵੇਲੀ ਹੈ ਉਹ ਖਾਲੀ, ਸਮਝ ਲਓ ਖਾਲੀ ਹੋ ਗਈ ਸੀ। ਕਾਫੀ ਦਿੱਕਤਾਂ ਦਾ ਜਿਹੜਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਸੀ। ਅਤੇ ਇਹਨਾਂ ਹੀ ਦਿਨਾਂ ਵਿੱਚੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਇੱਕ ਸਿੱਖ ਆਏ ਅਤੇ ਉਹਨਾਂ ਨੇ ਗੁਰੂ ਸਾਹਿਬ ਦਾ ਹੁਕਮਨਾਮਾ ਭਾਈ ਮਨ ਜੀ ਨੂੰ ਆ ਕੇ ਦਿੱਤਾ। ਭਾਈ ਮਨ ਜੀ ਨੇ ਬੜੇ ਹੀ ਪਿਆਰ ਅਤੇ ਸਤਿਕਾਰ ਨਾਲ ਹੁਕਮਨਾਮਾ ਪੜ੍ਹਿਆ, ਜਿਸ ਵਿੱਚ ਭਾਈ ਮਨ ਜੀ ਨੂੰ ਆਦੇਸ਼ ਦਿੱਤਾ ਗਿਆ ਸੀ ਗੁਰੂ ਸਾਹਿਬ ਵੱਲੋਂ ਕਿ ਆਪ ਜੀ ਸਾਡੇ ਕੋਲ ਆ ਕੇ ਪਹੁੰਚੋ। ਅਤੇ ਭਾਈ ਮਨ ਜੀ ਆਪਣੇ ਘਰੋਂ ਰਵਾਨਾ ਹੋਏ ਅਤੇ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਆ ਕੇ ਪੁੱਜੇ। ਗੁਰੂ ਅਰਜਨ ਦੇਵ ਜੀ ਨੂੰ ਉਹਨਾਂ ਨੇ ਸਤਿਕਾਰਯੋਗ ਮੱਥਾ ਟੇਕਿਆ ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਇੱਕ ਸਿੱਖ ਨੂੰ ਬੁਲਾਇਆ ਅਤੇ ਕਿਹਾ ਕਿ ਇਹਨਾਂ ਨੂੰ ਨਾ ਇੱਕ ਰੱਸੀ ਹੈ ਉਹ ਲਿਆ ਕੇ ਦੇ ਦਿਓ, ਕੱਲ੍ਹ ਤੋਂ ਇਹਨਾਂ ਦੀ ਸੇਵਾ ਲੱਗੇਗੀ। ਜੰਗਲ ਵਿੱਚ ਜਾਣਗੇ ਅਤੇ ਉੱਥੋਂ ਗੁਰੂ ਘਰ ਦੇ ਲੰਗਰ ਵਾਸਤੇ ਲੱਕੜੀਆਂ ਜਿਹੜੀ ਹੈ ਉਹ ਇਕੱਠੀ ਕਰਕੇ ਲੈ ਕੇ ਆਉਣਗੇ। ਅਤੇ ਇਹ ਗੱਲ ਸੁਣ ਕੇ ਭਾਈ ਮਨ ਜੀ ਨਿਹਾਲ ਹੋ ਗਏ ਅਤੇ ਅਗਲੇ ਦਿਨ ਤੋਂ ਉਹਨਾਂ ਨੇ ਆਪਣੀ ਸੇਵਾ ਜਿਹੜੀ ਹੈ ਪ੍ਰਾਰੰਭ ਕਰ ਦਿੱਤੀ। ਡੇਲੀ ਸ਼ਾਮ ਹੋਣ ਤੋਂ ਥੋੜ੍ਹੀ ਦੇਰ ਪਹਿਲੇ ਉਹਨਾਂ ਨੇ ਜਾਣਾ ਅਤੇ ਪਾਠ ਕਰਦੇ ਕਰਦੇ ਜਾਣਾ, ਪਾਠ ਕਰਦੇ ਕਰਦੇ ਆਉਣਾ, ਅਤੇ ਜਿਹੜਾ ਲੱਕੜੀ ਦਾ ਉਹ ਕੱਟ ਸੀ ਪੂਰਾ ਸਿਰ 'ਤੇ ਚੁੱਕ ਕੇ ਲੈ ਕੇ ਆਉਣਾ। ਕੁਛ ਦਿਨ ਇਹ ਸਿਸਟਮ ਜਿਹੜਾ ਇਹ ਚੱਲਦਾ ਰਿਹਾ। ਉਹ ਜਾਂਦੇ ਸਨ, ਲੈ ਕੇ ਆਉਂਦੇ ਸਨ। ਇੱਕ ਦਿਨ ਗੁਰੂ ਮਹਾਰਾਜ ਜੀ ਨੇ ਗੁਰੂ ਘਰ ਦੇ ਲਾਂਗਰੀ ਜੀ ਤੋਂ ਪੁੱਛਿਆ ਕਿ ਇੱਥੇ ਭਾਈ ਮੰਝ ਜੀ ਜਿਹੜੇ ਸੇਵਾ ਕਰਦੇ ਹਨ, ਗੁਰੂ ਘਰ ਆ ਕੇ ਲੱਕੜੀਆਂ ਦਿੰਦੇ ਹਨ ਗੁਰੂ ਲੰਗਰ ਵਾਸਤੇ, ਅਤੇ ਉਹ ਲੰਗਰ ਕਿੱਥੇ ਛਕਦੇ ਨੇ? ਅਤੇ ਬੜੇ ਪਿਆਰ ਨਾਲ ਲਾਂਗਰੀ ਜੀ ਨੇ ਜਵਾਬ ਦਿੱਤਾ ਗੁਰੂ ਮਹਾਰਾਜ ਜੀ ਨੂੰ ਕਿ ਭਾਈ ਮੰਝ ਜੀ ਤੇ ਇੱਥੇ ਪੰਗਤ ਵਿੱਚ ਹੀ ਬੈਠ ਕੇ ਲੰਗਰ ਛਕਦੇ ਨੇ। ਅਤੇ ਗੁਰੂ ਮਹਾਰਾਜ ਜੀ ਕਹਿੰਦੇ ਫਿਰ ਤਾਂ ਉਹ ਕਾਹਦੀ ਸੇਵਾ ਹੋਈ? ਇਹ ਤਾਂ ਵਪਾਰੀ ਹੋ ਗਿਆ ਕਿ ਇੱਕ ਪਾਸੇ ਅਸੀਂ ਉਹਨਾਂ ਨੂੰ ਲੱਕੜਾਂ ਲਿੱਤੀਆਂ ਅਤੇ ਦੂਸਰੇ ਪਾਸੇ ਅਸੀਂ ਉਹਨਾਂ ਨੂੰ ਲੰਗਰ ਕਰ ਦਿੱਤਾ। ਅਤੇ ਇਹ ਜਿਹੜੇ ਬਚਨ ਸਨ ਲਾਂਗਰੀ ਜੀ ਨੇ ਜਾ ਕੇ ਭਾਈ ਮਨ ਜੀ ਨੂੰ ਦੱਸੇ ਅਤੇ ਭਾਈ ਮਨ ਜੀ ਦੀ ਅੱਖਾਂ ਵਿੱਚ ਹੰਝੂ ਆ ਗਏ। ਅਤੇ ਭਾਈ ਮਨ ਜੀ ਨੇ ਕਿਹਾ ਕਿ ਸਤਿਗੁਰੂ ਮਹਾਰਾਜ ਵੀ ਇੱਕ ਸੁਚੱਜੀ ਮਾਂ ਵਾਂਗ ਮੈਨੂੰ ਝਿੜਕਦੇ ਨੇ ਅਤੇ ਮੈਨੂੰ ਸਮਝਾਉਣਾ ਕਰਦੇ ਨੇ, ਜਿੱਥੇ ਜਿੱਥੇ ਮੈਂ ਗਲਤ ਹੁੰਦਾ ਉੱਥੇ ਉੱਥੇ ਮੈਨੂੰ ਸਮਝਾਉਂਦੇ ਨੇ ਕਿ ਕਿਵੇਂ ਮੈਂ ਕਿਸ ਤਰ੍ਹਾਂ ਗਲਤ ਹਾਂ ਅਤੇ ਮੈਂ ਉਸ ਚੀਜ਼ ਨੂੰ ਕਿਵੇਂ ਠੀਕ ਕਰ ਸਕਦਾ। ਉਸ ਤੋਂ ਬਾਅਦ ਭਾਈ ਮਨ ਜੀ ਜੰਗਲ ਵਿੱਚ ਜਾ ਕੇ ਲੱਕੜੀਆਂ ਇਕੱਠੀ ਕਰਦੇ ਸਨ ਅਤੇ ਜਿਹੜੀ ਪਹਿਲੀ ਵਾਰ ਜਾਂਦੇ ਸਨ ਅਤੇ ਲੱਕੜੀਆਂ ਗੁਰੂ ਘਰ ਦੇ ਵਾਸਤੇ ਇਕੱਠੀ ਕਰਕੇ ਲੈ ਕੇ ਆ ਕੇ ਛੱਡ ਕੇ ਫਿਰ ਵਾਪਸ ਦੂਸਰੀ ਵਾਰ ਜਦੋਂ ਜਾਂਦੇ ਸਨ ਅਤੇ ਕੁਛ ਲੱਕੜੀਆਂ ਹੋਰ ਕੱਟ ਕੇ ਲੈ ਕੇ ਆਉਂਦੇ ਸਨ ਅਤੇ ਉਹ ਜਾ ਕੇ ਬਾਜ਼ਾਰ ਵਿੱਚ ਵੇਚਦੇ ਸਨ। ਜਦੋਂ ਬਾਜ਼ਾਰ ਵਿੱਚ ਵੇਚਦੇ ਸਨ ਅਤੇ ਕੁਛ ਜਿਹੜੀ ਮਾਇਆ ਉਹਨਾਂ ਕੋਲ ਆਉਂਦੀ ਸੀ ਅਤੇ ਉਸ ਮਾਇਆ ਨੂੰ ਦੇ ਕੇ ਉਹ ਲੰਗਰ ਛਕਦੇ ਸਨ। ਅਤੇ ਇਹ ਜਿਹੜਾ
ਕਮਾਉਣ ਦਾ ਸਿਲਸਿਲਾ, ਕਿਰਤ ਕਰਨ ਦਾ ਸਿਲਸਿਲਾ ਇਹ ਸ਼ੁਰੂ ਹੋ ਗਿਆ। ਇੱਕ ਦਿਨ ਭਾਈ ਮਨ ਜੀ ਜਾ ਰਹੇ ਸਨ, ਸ਼ਾਮ ਦਾ ਵੇਲਾ ਹੋ ਗਿਆ ਸੀ। ਜਦੋਂ ਲੱਕੜਾਂ ਦੀ ਪੰਡ ਨੂੰ ਇਕੱਠੀ ਕਰਕੇ ਆਪਣੇ ਸਿਰ ਦੇ ਉੱਤੇ ਚੁੱਕ ਕੇ ਲੈ ਕੇ ਆ ਰਹੇ ਸਨ ਅਤੇ ਇੱਕ ਬਹੁਤ ਤੂਫਾਨੀ ਤੇਜ਼ ਆਂधी ਚੱਲਣਾ ਸ਼ੁਰੂ ਹੋ ਗਈ। ਮਾਹੌਲ ਇਤਨਾ ਜ਼ਿਆਦਾ ਖ਼ਰਾਬ ਹੋ ਗਿਆ, ਤੂਫਾਨ ਹੀ ਤੂਫਾਨ, ਰੇਤ ਹੀ ਰੇਤ ਹਰ ਜਗ੍ਹਾ। ਉਹਨਾਂ ਦੀ ਅੱਖਾਂ ਵਿੱਚ ਵੀ ਰੇਤ ਪੈ ਗਈ, ਜਿਸ ਦੇ ਕਰਕੇ ਉਹਨਾਂ ਨੂੰ ਕੁਛ ਵੀ ਨਜ਼ਰ ਨਹੀਂ ਆ ਰਿਹਾ ਸੀ। ਅਤੇ ਉਹਨਾਂ ਦਾ ਪੈਰ ਗਲਤੀ ਨਾਲ ਜਾ ਕੇ ਖੂਹ ਦੇ ਉੱਤੇ ਗਿਆ ਅਤੇ ਪੈਰ ਜਿਹੜਾ ਖੂਹ 'ਤੇ ਗਿਆ ਪੈਰ, ਉਹ ਵਾਲਾ ਪੈਰ ਫਿਸਲ ਕੇ ਉਸ ਦੇ ਨਾਲ ਉਹ ਖੂਹ ਵਿੱਚ ਡਿੱਗ ਗਏ। ਜਦੋਂ ਖੂਹ ਵਿੱਚ ਡਿੱਗੇ ਅਤੇ ਜਿਹੜੀ ਉਹਨਾਂ ਦੇ ਸਿਰ ਦੇ ਉੱਤੇ ਪੰਡ ਸੀ ਉਹ ਸਿਰ ਦੇ ਉੱਤੇ ਹੀ ਰਹਿ ਗਈ ਅਤੇ ਉਹਨਾਂ ਨੇ ਉਹ ਜਿਹੜੀ ਪੰਡ ਹੈ ਉਹ ਸਿਰ ਦੇ ਉੱਤੇ ਹੀ ਚੱਕ ਕੇ ਰੱਖੀ। ਰਹਿਰਾਸ ਸਾਹਿਬ ਦਾ ਵੇਲਾ ਹੋ ਗਿਆ, ਉਹਨਾਂ ਨੇ ਉਹ ਪੰਡ ਚੁੱਕ ਕੇ ਹੀ ਰਹਿਰਾਸ ਸਾਹਿਬ ਦਾ ਪਾਠ ਕੀਤਾ। ਪਾਣੀ ਬਹੁਤ ਜ਼ਿਆਦਾ ਸੀ। ਉਹਨਾਂ ਦੇ ਦਿਲ ਵਿੱਚ ਇਹ ਸੀ ਕਿ ਅਗਰ ਤਾਂ ਮੈਂ ਪੰਡ ਥੱਲੇ ਰੱਖ ਦਾਂਗਾ ਅਤੇ ਸਵੇਰੇ ਲੰਗਰ ਕਿਸ ਚੀਜ਼ ਦਾ ਬਣੇਗਾ, ਕਿਸ ਤਰ੍ਹਾਂ ਬਣੇਗਾ, ਕਿਉਂਕਿ ਲੱਕੜਾਂ ਤਾਂ ਗਿੱਲੀਆਂ ਹੋ ਜਾਣਗੀਆਂ। ਸਾਰੀ ਰਾਤ ਉਹ ਉਸੀ ਖੂਹ ਵਿੱਚ ਰਹੇ ਅਤੇ ਜਿਸ ਤਰ੍ਹਾਂ ਵਕਤ ਬੀਤਦਾ ਗਿਆ, ਪੰਡ ਉਹਨਾਂ ਦੇ ਸਿਰ 'ਤੇ ਹੀ ਹੈ, ਉਹ ਉਸ ਤਰ੍ਹਾਂ ਹੀ ਖੜ੍ਹੇ ਸਨ। ਬਸ ਉਹਨਾਂ ਦੇ ਮਨ ਵਿੱਚ ਇਹ ਸੀ ਕਿ ਮੈਂ ਕਿਸ ਤਰ੍ਹਾਂ ਇਹ ਜਿਹੜੀ ਪੰਡ ਹੈ, ਲੱਕੜ ਦੀ ਪੰਡ, ਉਹ ਗੁਰੂ ਘਰ ਦੇ ਲੰਗਰ ਵਿੱਚ ਪਹੁੰਚਾਵਾਂ। ਕੁਝ ਸਮਾਂ ਬੀਤਿਆ ਅਤੇ ਉਹਨਾਂ ਨੂੰ ਸ਼ਾਇਦ ਅਹਿਸਾਸ ਹੋ ਗਿਆ ਕਿ ਮੇਰੇ ਇਕੱਲੇ ਦੇ ਜ਼ੋਰ ਨਾਲ ਕੁਛ ਨਹੀਂ ਹੋ ਪਾਏਗਾ। ਉਹਨਾਂ ਨੇ ਅਰਦਾਸ ਬੇਨਤੀ ਜੋਦੜੀ ਕੀਤੀ ਗੁਰੂ ਮਹਾਰਾਜ ਜੀ ਅੱਗੇ ਕਿ ਮਹਾਰਾਜ ਜੀ, ਤੁਸੀਂ ਹੀ ਇਹ ਸੇਵਾ ਲਗਾਈ ਹੈ, ਤੁਸੀਂ ਹੀ ਇਸ ਸੇਵਾ ਨੂੰ ਸੰਪੂਰਨ ਕਰਨ ਵਿੱਚ ਮੈਨੂੰ ਮਦਦ ਕਰੋਗੇ। ਇਹ ਗੱਲ ਸੁਣ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੰਗੇ ਪੈਰੀ ਭਾਈ ਗੁਰਦਾਸ ਜੀ ਨੂੰ ਲੈ ਕੇ ਆਪਣੇ ਨਾਲ ਆਏ ਅਤੇ ਬਾਬਾ ਬੁੱਢਾ ਜੀ ਵੀ ਉਹਨਾਂ ਦੇ ਨਾਲ ਆਏ। ਬਾਬਾ ਬੁੱਢਾ ਜੀ ਅਤੇ ਭਾਈ ਰਵਿਦਾਸ ਜੀ ਨੇ ਇੱਕ ਰੱਸੀ ਸੁੱਟੀ ਥੱਲੇ ਅਤੇ ਬਾਬਾ ਬੁੱਢਾ ਜੀ ਨੇ ਭਾਈ ਮੰਝ ਜੀ ਨੂੰ ਕਿਹਾ, ਭਾਈ ਮੰਝ ਜੀ, ਇਹ ਰੱਸੀ ਦਾ ਜਿਹੜਾ ਲੱਕੜ ਦਾ ਜਿਹੜੀ ਪੰਡ ਹੈ ਉਹ ਤੁਸੀਂ ਪਾਣੀ ਵਿੱਚ ਸੁੱਟ ਦੇਵੋ, ਖੂਹ ਵਿੱਚ ਸੁੱਟ ਦਿਓ ਅਤੇ ਆਪ ਉੱਤੇ ਆ ਜਾਓ। ਅਤੇ ਭਾਈ ਮੰਝ ਜੀ ਦਾ ਜਵਾਬ ਸੀ ਕਿ ਭਾਈ ਜੀ, ਮੈਂ ਇਹ ਲੱਕੜ ਕਿਵੇਂ ਸੁੱਟ ਦਿਆਂ? ਜਿਨ੍ਹਾਂ ਲੱਕੜਾਂ ਦੀ ਪੰਡ ਨੇ ਮੈਨੂੰ ਮੇਰੇ ਗੁਰੂ ਨਾਲ ਮਿਲਾਇਆ ਹੈ, ਮੈਂ ਉਹ ਲੱਕੜਾਂ ਦੀ ਪੰਡ ਕਿਵੇਂ ਸੁੱਟ ਦਿਆਂ? ਮੈਂ ਪਹਿਲੇ ਉੱਪਰ ਨਹੀਂ ਆਵਾਂਗਾ, ਪਹਿਲੇ ਅਗਰ ਲੱਕੜ ਉੱਪਰ, ਪਹਿਲੇ ਮੇਰੇ ਤੋਂ ਪਹਿਲੇ ਲੱਕੜਾਂ ਉੱਪਰ ਜਾਣਗੀ, ਇਹ ਪੰਡ ਉੱਪਰ ਜਾਣਗੀਆਂ। ਅਤੇ ਉਹਨਾਂ ਨੇ ਦੁਬਾਰਾ ਕਿਹਾ, ਬਟ ਉਹ ਨਹੀਂ ਮੰਨੇ। ਫਿਰ ਬਾਬਾ ਬੁੱਢਾ ਜੀ ਨੇ ਪਹਿਲੇ ਲੱਕੜ ਦੇ ਪੰਡ ਨੂੰ ਉਹ ਉੱਪਰ ਲੈ ਕੇ ਆਏ। ਫਿਰ ਭਾਈ ਮੰਝ ਜੀ ਨੂੰ ਰੱਸੀ ਦੀ ਮਦਦ ਨਾਲ ਉੱਪਰ ਖਿੱਚਿਆ। ਜਿਸ ਤਰ੍ਹਾਂ ਹੀ ਉੱਪਰ ਆਏ, ਉਹਨਾਂ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਦੀਦਾਰ ਕੀਤੇ ਅਤੇ ਉਹਨਾਂ ਦੇ ਚਰਨੀ ਪੈ ਗਏ। ਅਤੇ ਉਹਨਾਂ ਦੀ ਗੱਲ ਸੁਣ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਅੱਖਾਂ ਵਿੱਚ ਹੰਝੂ ਆ ਗਏ ਕਿ ਮੇਰੇ ਪਿਆਰੇ ਗੁਰਸਿੱਖ ਨੂੰ ਆਪਣੀ ਨਹੀਂ ਪਈਦੀ, ਉਸ ਲੱਕੜਾਂ ਦੀ ਪਈਦੀ ਹੈ ਜੋ ਗੁਰੂ ਘਰ ਵਿੱਚ ਬਾਲਣ ਦੇ ਰੂਪ ਵਿੱਚ ਪ੍ਰਯੋਗ ਹੋਣੀ ਹੈ। ਅਤੇ ਉਸ ਵੇਲੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਉਚਾਰਿਆ, ਮੰਝ ਪਿਆਰਾ ਗੁਰੂ ਕੋ, ਗੁਰ ਮੰਝ ਪਿਆਰਾ। ਅਸੀਂ ਕਈ ਵਾਰ ਉਸ ਮਹਾਰਾਜ ਜੀ ਨੂੰ ਜਦੋਂ ਸਾਡੀ ਪ੍ਰੀਖਿਆ ਲੈਂਦੇ ਨਾ, ਸਾਡੇ ਨਾਲ ਚਲੋ ਇੰਨਾ ਸਭ ਕੁਛ ਤਾਂ ਨਹੀਂ ਹੁੰਦਾ, ਲੇਕਿਨ ਛੋਟੇ ਛੋਟੇ ਵਾਕਿਆ ਵੀ ਜਦੋਂ ਸਾਡੇ ਨਾਲ ਹੋ ਜਾਂਦੇ ਨਾ, ਅਸੀਂ ਉਸ ਮਹਾਰਾਜ ਜੀ ਨੂੰ ਕੋਸਣਾ ਸ਼ੁਰੂ ਕਰ ਦਿੰਦੇ ਹਾਂ। ਜਦੋਂ ਐਸੇ ਗੁਰਸਿੱਖਾਂ ਦੀ ਸਾਖੀਆਂ ਅਸੀਂ ਸੁਣਦੇ ਹਾਂ, ਪੜ੍ਹਦੇ ਹਾਂ, ਅਤੇ ਸਾਨੂੰ ਪਤਾ ਚੱਲਦਾ ਕਿ ਅਸੀਂ ਕਿਸ ਥਾਂ ਖੜ੍ਹੇ ਹਾਂ। ਅਸੀਂ ਤਾਂ ਮਹਾਰਾਜ ਜੀ ਵਾਸਤੇ ਕੁਛ ਵੀ ਨਹੀਂ ਕਰਦੇ, ਲੇਕਿਨ ਸਿਰਫ ਇੱਕ ਹੀ ਕੰਮ ਕਰਦੇ ਹਾਂ, ਉਹ ਹੈ ਸ਼ਿਕਾਇਤਾਂ। ਹਮੇਸ਼ਾ ਮਹਾਰਾਜ ਜੀ ਤੋਂ ਸ਼ਿਕਾਇਤਾਂ ਕਰਦੇ ਹਾਂ। ਅਤੇ ਮੈਨੂੰ ਲੱਗਦਾ ਹੈ ਕਿ ਮਹਾਰਾਜ ਜੀ ਤੋਂ ਸਾਨੂੰ ਬਹੁਤ, ਅਸੀਂ ਤਾਂ ਬਹੁਤ ਤੁੱਛ ਹਾਂ, ਉਹਨਾਂ ਅੱਗੇ ਕੁਝ ਵੀ ਨਹੀਂ ਹਾਂ, ਅਤੇ ਸਾਨੂੰ ਬਹੁਤ ਕੁਝ ਸਿੱਖਣ ਦੀ ਲੋੜ ਹੈ। ਬਹੁਤ ਐਸੇ ਗੁਰੂ ਪ੍ਰੇਮੀ ਹਨ ਜੋ ਮਹਾਰਾਜ ਜੀ ਵਾਸਤੇ ਬਹੁਤ ਬਹੁਤ ਕੁਝ ਕਰਦੇ। ਸੋ ਹਮੇਸ਼ਾ ਗੁਰੂ ਮਹਾਰਾਜ ਜੀ ਦਾ ਅਸੀਂ ਸਤਿਕਾਰ ਕਰੀਏ ਔਰ ਹਮੇਸ਼ਾ ਅਡੋਲ ਰਹੀਏ। ਕੋਈ ਵੀ ਭਾਵਨਾ ਆਵੇ ਮਨ ਵਿੱਚ, ਕਿੱਦਾਂ ਦੀ ਵੀ ਸਿਚੁਏਸ਼ਨ ਹੋਏ, ਆਪਣੇ ਆਪ ਨੂੰ ਡੋਲੀਏ ਨਾ, ਅਡੋਲ ਰਹੀਏ।
ਕਿਸੇ ਮੜੀਆਂ ਮਸਾਨਾਂ ਨੂੰ ਦੇ ਅੱਗੇ ਨਾ ਜਾਈਏ। ਜਦ ਪਤਾ ਹੈ ਕਿ ਆਪਣੀ ਪਰੇਸ਼ਾਨੀ ਨੂੰ ਅਸੀਂ ਸਿਰਫ ਇਹ ਕਹੀਏ ਕਿ ਮੇਰਾ ਗੁਰੂ ਮੇਰੇ ਨਾਲ ਹੈ। ਜਦ ਸਾਡੇ ਪਿਤਾ ਜੀ ਸਾਡੇ ਨਾਲ ਹਨ ਤਾਂ ਸਾਨੂੰ ਪਰੇਸ਼ਾਨੀ ਦੀ ਕੀ ਲੋੜ ਹੈ। ਸਾਡੀ ਪਰੇਸ਼ਾਨੀ ਤਾਂ ਆਪੇ ਦੂਰ ਭੱਜ ਜਾਏਗੀ। ਸੋ ਵੇਲਾ ਹੋ ਗਿਆ ਹੈ ਹੁਣ ਆਪ ਸਾਰਿਆਂ ਤੋਂ ਇਜਾਜ਼ਤ ਲੈਣ ਦਾ। ਮੈਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।